ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪੌੜੀ ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਉ ਹਾਂ ਸਦਾ ਘੁਮਾਇਆ। ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਉ ਹਾਂ ਸਦਾ ਘੁਮਾਇਆ। ਤਿਸ ਗੁਰ ਕਉ ਹਾਂ ਖੰਨੀਐ, ਜਿਨ ਮਧੂਸੂਦਨ ਹਰਿ ਨਾਮ ਸੁਣਾਇਆ। ਤਿਸ ਗੁਰ ਕਉ ਹਾਂ ਵਾਰਣੈ, ਜਿਨ ਹਉ ਮੈਂ ਬਿਖ ਸਭ ਰੋਗ ਗਵਾਇਆ। ਤਿਸ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਅਵਗੁਣ ਘਟ ਗੁਣੀ ਸਮਝਾਇਆ। ਸੋ ਸਤਿਗੁਰ ਤਿਨ ਕਉ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਤਿਸ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਅਵਗੁਣ ਘਟ ਗੁਣੀ ਸਮਝਾਇਆ। ਸੋ ਸਤਿਗੁਰ ਤਿਨ ਕਉ ਭੇਟਿਆ, ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ, ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰਾਂ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਮਹਾਰਾਜ ਨੇ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਅੰਮ੍ਰਿਤ ਵੇਲੇ ਜਦ ਬਖਸ਼ਿਸ਼ ਦਾ ਦਰ ਖੋਲ੍ਹਿਆ ਤੇ ਸਾਡੇ ਵਾਸਤੇ ਜੋ ਉਪਦੇਸ਼ ਬਖਸ਼ਿਆ ਹੈ, ਜੋ ਗਿਆਨ ਦਿੱਤਾ ਹੈ, ਔਰ ਇਹ ਗਿਆਨ ਉਪਦੇਸ਼ ਸਾਡੇ ਸਾਰਿਆਂ ਲਈ ਇੱਕ ਸਮਾਨ ਹੈ। ਭਾਵੇਂ ਕਿਸੇ ਨੇ ਨਿਤਨੇਮ ਦੇ ਸਮੇਂ ਹਾਜ਼ਰੀਆਂ ਭਰੀਆਂ, ਭਾਵੇਂ ਕਿਸੇ ਆਸਾ ਕੀ ਵਾਰ ਦਾ ਕੀਰਤਨ ਸੁਣਿਆ, ਅਸੀਂ ਭਾਵੇਂ ਕਥਾ ਵਿਚਾਰ ਲਈ ਬੈਠੇ ਹਾਂ,
ਭਾਵੇਂ ਕਿਸੇ ਨੇ ਬਾਅਦ ਵਿੱਚ ਦੇਰ ਰਾਤਰੀ ਤੱਕ ਆਉਣਾ ਹੈ, ਪਰ ਦਰਬਾਰ ਵਿੱਚ ਹਾਜ਼ਰ ਹੋਣ ਵਾਲੇ ਹਰ ਵਿਅਕਤੀ ਨੂੰ, ਹਰ ਛੋਟੇ ਤੋਂ ਵੱਡੇ ਨੂੰ ਮਹਾਰਾਜ ਦਾ ਇਹ ਸੁਨੇਹਾ ਲਿਖਤੀ ਤੌਰ 'ਤੇ ਦਿੱਤਾ ਗਿਆ ਹੈ। ਭਾਈ ਜੇ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਦੇ ਰਾਹ 'ਤੇ ਤੋਰਨਾ ਹੈ ਤੇ ਕੰਮ ਤੇ ਕਰਨਾ ਪੈਣਾ ਨਾ, ਤੇ ਉਹ ਹੈ ਰਸਨਾ ਗੁਣ ਗੋਪਾਲ ਨਿਤ ਗਾਇਨ। ਜਿਵੇਂ ਸੰਸਾਰਿਕ ਤੌਰ 'ਤੇ ਕਾਮਯਾਬੀ ਦੇ ਰਾਹ 'ਤੇ ਜਾਣਾ ਹੋਵੇ ਤੇ ਮਿਹਨਤਾਂ ਮੁਸ਼ੱਕਤਾਂ ਕਰਨੀਆਂ ਪੈਂਦੀਆਂ। ਦੁਨਿਆਵੀ ਤੌਰ 'ਤੇ ਲੋਕ ਕੋਈ ਮਜ਼ਦੂਰੀ ਕਰਦਾ, ਕੋਈ ਵਪਾਰ ਕਰਦਾ, ਕੋਈ ਖੇਤੀ ਕਰਦਾ, ਕੋਈ ਨੌਕਰੀ ਚਾਕਰੀ, ਪਤਾ ਨਹੀਂ ਕਿਸੇ ਕੀ ਕੁਝ। ਕਿਰਤ ਦੇ ਕਿਤਨੇ ਕੁ ਪੱਖ ਨੇ ਕੀਤੇ ਜਾਂਦੇ ਨੇ, ਅਤੇ ਉਹਨਾਂ ਸਾਰਿਆਂ ਦਾ ਮਤਲਬ ਕੀ ਹੈ? ਅਸੀਂ ਕਿਰਤ ਕਰਦੇ ਹਾਂ, ਕਿਉਂ ਕਰਦੇ ਹਾਂ? ਵੀ ਸਾਡਾ ਰੁਜ਼ਗਾਰ ਹੈ, ਇਹਦੇ ਸਦਕੇ ਸਾਡੇ ਘਰ ਪਰਿਵਾਰ ਦੇ ਖਰਚੇ ਪੂਰੇ ਹੁੰਦੇ ਨੇ, ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ, ਸੁਖੀ ਰਹਿੰਦੇ ਹਾਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਜੇ ਤੂੰ ਉਚਾਈਆਂ ਨੂੰ ਪ੍ਰਾਪਤ ਕਰਨਾ ਅਧਿਆਤਮਿਕ ਮੰਡਲਾਂ ਵਿੱਚ, ਤੈਨੂੰ ਵੀ ਕੰਮ ਕਰਨਾ ਪਏਗਾ। ਉਹ ਕੀ ਹੈ? ਜੇ ਰਸਨਾ ਕਰਕੇ ਗੁਣ ਗਾਉਣੇ ਪੈਣਗੇ। ਸੰਸਾਰ ਵਿੱਚ ਹੱਥੀਂ ਕੰਮ ਕਰਨਾ ਪੈਂਦਾ ਹੈ, ਤਨ ਕਰਕੇ ਮਿਹਨਤ ਕਰਨੀ ਪੈਂਦੀ ਹੈ। ਇੱਥੇ ਵੀ ਹੱਥਾਂ ਦਾ ਕੰਮ ਮੁੱਖ ਤੋਂ ਲੈਣਾ ਹੈ, ਮੁਖਤੀ ਕੰਮ ਕਰਨਾ ਪੈਣਾ, ਮਨ ਕਰਕੇ ਮਿਹਨਤ ਕਰਨੀ ਪੈਣੀ ਹੈ। ਸੰਸਾਰ ਵਿੱਚ ਤਨ ਕਰਕੇ ਮਿਹਨਤ ਕਰੀਦੀ ਹੈ, ਹੱਥਾਂ ਕਰਕੇ ਮਿਹਨਤ ਕਰੀਦੀ ਹੈ। ਇੱਥੇ ਮਨ ਕਰਕੇ ਮਿਹਨਤ ਕਰੀਦੀ ਹੈ, ਮੁੱਖ 'ਤੇ ਮਿਹਨਤ ਹੁੰਦੀ ਹੈ। ਉੱਥੇ ਹੱਥਾਂ 'ਤੇ ਕੰਟਰੋਲ ਹੁੰਦਾ ਹੈ, ਇੱਥੇ ਮੁੱਖ 'ਤੇ ਕੰਟਰੋਲ ਰੱਖਣਾ ਹੈ। ਕਿਰਤੀ ਵਿਅਕਤੀ ਆਪਣੇ ਹੱਥਾਂ ਦਾ ਕਾਰੀਗਰ ਹੁੰਦਾ ਹੈ, ਹੁਨਰਮੰਦ ਜਿਹਨੂੰ ਅਸੀਂ ਕਹਿੰਦੇ ਹਾਂ। ਇੱਥੇ ਅਸੀਂ ਹੁਨਰਮੰਦ ਨਹੀਂ ਬਣਦੇ। ਅਧਿਆਤਮਿਕ ਦੁਨੀਆ ਦੇ ਵਿੱਚ ਕੋਈ ਹੁਨਰ ਨਹੀਂ ਚੱਲਦਾ, ਅਧਿਆਤਮਿਕ ਦੁਨੀਆ ਵਿੱਚ ਉਸਤਤ ਚੱਲਦੀ ਹੈ। ਇਸ ਕਰਕੇ ਭਾਈ ਇੱਥੇ ਰਸਨਾ ਨੂੰ ਇੱਕ ਟੂਲ ਬਣਾਉਣਾ ਹੈ, ਤੇ ਇਹਦੇ ਸਦਕੇ ਅਸਾਂ ਨੇ ਸਿਮਰਨ ਕਰਨਾ ਹੈ। ਰਸਨਾ ਗੁਣ ਗੋਪਾਲ ਨਿਤ ਗਾਇਨ। ਮਹਾਰਾਜ ਜਿਹੜੇ ਰਸਨਾ ਕਰਕੇ ਫਿਰ ਕਰਨ ਲੱਗ ਪਏ, ਜਿਵੇਂ ਅਸੀਂ ਹੱਥੀਂ ਕਾਰ ਕਰਨੇ ਤੇ ਆਪੇ 4 ਪੈਸੇ ਕਮਾਏਗਾ ਨਾ, ਇਵੇਂ ਜੋ ਰਸਨਾ ਕਰਕੇ ਜਪੇਗਾ ਉਹਨੂੰ ਕੀ ਮਿਲੇਗਾ? ਮਹਾਰਾਜ ਕਹਿਣ ਲੱਗੇ, ਫਿਰ ਦੇਖਣਾ, ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ। ਸਭ ਤੋਂ ਪਹਿਲਾਂ ਸ਼ਾਂਤੀ ਮਿਲੇਗੀ। ਜਪਦਿਆਂ ਜਪਦਿਆਂ ਹੋਰ ਉਚਾਈਆਂ 'ਤੇ ਪਹੁੰਚ ਗਿਆ, ਅਗਲੇ ਪੜਾਵਾਂ 'ਤੇ ਪਹੁੰਚ ਗਿਆ, ਸਹਿਜ ਮਿਲੇਗਾ। ਹੋਰ ਅੱਗੇ ਚਲਾ ਜਾਏਗਾ ਤਾਂ ਫਿਰ ਮਨ ਰਹੱਸ ਉਪਜਣ ਲੱਗੇ। ਸ਼ਾਂਤ ਸਹਿਜ ਰਹੱਸ ਮਨ ਉਪਜੋ। ਫਿਰ ਮਨ ਵਿੱਚ ਰਹੱਸ ਭੇਦ ਖੁੱਲ੍ਹਣ ਲੱਗ ਪੈਣਗੇ। ਅਤੇ ਫਿਰ ਕੀ ਹੋਏਗਾ ਜੀ? ਸਗਲੇ ਦੁੱਖ ਪਲਾਇਨ। ਸਾਨੂੰ ਕੀ ਕਹਿੰਦੇ ਨੇ? ਭਾਈ ਅਵਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਸੀਂ ਨਾਰਾਇਣ ਦਾ ਸਿਮਰਨ ਕਰ ਸਕੀਏ, ਅਸੀਂ ਪ੍ਰਭੂ ਦੀ ਬੰਦਗੀ ਕਰ ਸਕੀਏ, ਇਹਦੇ ਵਾਸਤੇ ਸਾਨੂੰ ਰੁਕਣਾ ਅਤੇ ਠਹਿਰਨਾ ਪੈਂਦਾ। ਪ੍ਰਭੂ ਦੀ ਬੰਦਗੀ ਕਰਨ ਵਾਸਤੇ ਕਿਸੇ ਤੋਂ ਤਾਂ ਕੁਝ ਪੁੱਛਣਾ ਪੈਂਦਾ ਹੈ। ਆਰੰਭਤਾ ਦੇ ਦੌਰ ਵਿੱਚ ਕੋਈ ਤੇ ਮਾਰਗਦਰਸ਼ਕ ਲੈਣਾ ਪੈਂਦਾ ਹੈ। ਜੇ ਸੰਸਾਰ ਦੀ ਕੋਈ ਵਿਦਿਆ ਅਸਾਂ ਪੜ੍ਹਨੀ ਸਿੱਖਣੀ ਹੁੰਦੀ ਹੈ, ਕੋਈ ਹੁਨਰ ਅਸੀਂ ਲੈਂਦੇ ਹਾਂ, ਸਾਨੂੰ ਕਿਸੇ ਤੋਂ ਤਾਂ ਪਹਿਲੀ ਵਾਰ ਸਿੱਖਣਾ ਪੈਂਦਾ ਹੈ। ਕੋਈ ਤਾਂ ਉਸਤਾਦ ਹੁੰਦਾ ਜੋ ਕਹਿੰਦਾ ਇੱਦਾਂ ਨਹੀਂ, ਇੱਦਾਂ ਕਰੀਦਾ ਹੈ, ਅਤੇ ਉਹ ਕੌਣ ਹੈ? ਉਹੀ ਤਾਂ ਗੁਰੂ ਹੈ। ਇਸੇ ਕਰਕੇ ਇਹਨਾਂ ਬਾਰੀਕ ਨੁਕਤਿਆਂ ਦੀ ਹੀ ਵਿਆਖਿਆਵਾਂ ਲੋਕਾਂ ਨੇ ਆਪਣੇ ਤਰੀਕੇ ਨਾਲ ਕੀਤੀਆਂ, ਅਤੇ ਇਹਨਾਂ ਨੁਕਤਿਆਂ ਨੂੰ ਹੀ ਉਹਨਾਂ ਵਰਤ ਕੇ ਵਿਅਕਤੀਗਤ ਗੁਰੂਆਂ ਨੂੰ ਅੱਗੇ ਲੈਂਦਾ। ਦੇਖੋ ਜੀ, ਪਹਿਲਾਂ ਤਾਂ ਤੁਹਾਨੂੰ ਗੁਰੂ ਚਾਹੀਦਾ ਨਾ, ਪਹਿਲਾਂ ਤਾਂ ਤੁਹਾਨੂੰ ਗੁਰੂ ਚਾਹੀਦਾ ਨਾ, ਜੋ ਦੱਸੇ ਕਿ ਇੱਦਾਂ ਬਹਿ ਜਾਓ, ਇੱਦਾਂ ਉੱਠ ਜਾਓ, ਇੱਦਾਂ ਚੱਲ ਪਓ। ਇੱਥੋਂ ਹੀ ਵਿਅਕਤੀਗਤ ਗੁਰੂ ਦੀ, ਜਿਹਨੂੰ ਆਪਾਂ ਸਰੀਰਕ ਅਤੇ ਦੇਹਧਾਰੀ ਕਹਿਣ ਲੱਗ ਪੈਂਦੇ ਹਾਂ, ਇਹਦੀ ਕਹਾਣੀ ਆਰੰਭ ਹੋ ਜਾਂਦੀ ਹੈ। ਪਰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੀ ਜਦੋਂ ਬਾਣੀ ਨੂੰ ਪੜ੍ਹੀ ਤਾਂ ਫਿਰ ਪਤਾ ਲੱਗਦਾ, ਭਾਈ ਸਦਾ ਹੀ ਗਿਆਨ ਗੁਰੂ ਨੇ ਹੀ ਕੰਮ ਕੀਤਾ। ਗੱਲ ਵੱਖਰੀ ਵੀ ਕੋਈ ਵਿਅਕਤੀਗਤ ਗੁਰੂ ਲੱਭਦਾ ਫਿਰੇ, ਪਰ ਜੇ ਉਹ ਗਿਆਨ ਤਾਂ ਬਦਲ ਜਾਏਗਾ, ਅੱਜ ਕੁਝ ਹੋਰ ਅਤੇ ਕੱਲ੍ਹ ਕੁਝ ਹੋਰ ਹੋ ਜਾਏਗਾ, ਪਰ ਗੁਰੂ ਦਾ ਗਿਆਨ ਤਾਂ ਸਦਾ ਇੱਕ ਰਸ, ਇੱਕ ਟਿਕਾਓ 'ਤੇ ਹੁੰਦਾ ਹੈ। ਫਿਰ ਉਹ ਕਿਹੜਾ ਜੋ ਬਦਲੇ ਨਾ, ਉਹ ਹੈ ਗੁਰੂ ਸ਼ਬਦ ਦਾ ਗਿਆਨ।
ਵਿਅਕਤੀ ਦਾ ਗਿਆਨ ਬਹੁਤ ਚੰਗਾ ਹੋਏਗਾ ਪਰ ਬਦਲ ਜਾਏਗਾ, ਕਿਉਂਕਿ ਉਹਦਾ ਅਨੁਭਵ ਕੱਲ੍ਹ ਬਦਲ ਜਾਏਗਾ। ਅਸੀਂ ਆਪਣੇ ਆਲੇ ਦੁਆਲੇ ਦੇ ਵੱਡੇ ਵਿਦਵਾਨਾਂ ਵਿੱਚੋਂ 2-4 ਨਾਮ ਅਸੀਂ ਲੈ ਸਕਦੇ ਹਾਂ, ਜਿਹੜੇ ਕੱਲ੍ਹ ਜੋ ਕੁਝ ਕਰਦੇ ਸੀ ਅੱਜ ਉਹਨੂੰ ਨਹੀਂ ਮੰਨ ਰਹੇ। ਇੱਥੇ ਅਸੀਂ ਖੁੱਲ੍ਹੇ ਪੱਧਰਾਂ 'ਤੇ ਉਹਦਾ ਨਾਮ ਨਹੀਂ ਵਰਤਦੇ, ਪਰ ਕੁਝ ਵਿਦਵਾਨ ਸਾਡੇ ਕੋਲ ਹੈਗੇ ਨੇ ਔਰ ਵਾਕਿਆ ਉਮਦਾ ਵਿਦਵਾਨ ਨੇ, ਅਸੀਂ ਉਹਦੀ ਤਾਰੀਫ ਵੀ ਕਰਦੇ ਹਾਂ। ਪਰ ਜੋ ਆਰੰਭਕ ਦੌਰ 'ਚੋਂ ਖੁਦ ਕਰਦੇ ਸਨ, ਅੱਜ ਉਹ ਤੋਂ ਇਨਕਾਰ ਕਰਦੇ ਨੇ। ਪੁੱਛੀ ਕਿਉਂ? ਕਿ ਗਲਤ ਹੋ ਗਿਆ? ਨਹੀਂ, ਉਹਨਾਂ ਦਾ ਅਨੁਭਵ ਬਦਲ ਗਿਆ, ਉਹਨਾਂ ਕੁਛ ਹੋਰ ਅਨੁਭਵ ਕਰ ਲਿਆ। ਚੰਗਾ ਅਤੇ ਮੰਦਾ ਫੈਸਲਾ ਤਾਂ ਬਾਅਦ ਵਿੱਚ ਹੁੰਦਾ ਹੈ, ਪਰ ਉਹਨਾਂ ਇਹ ਅਨੁਭਵ ਕੀਤਾ ਕਿ ਨਹੀਂ, ਪਹਿਲਾਂ ਇੱਦਾਂ ਕਰਦੇ ਸਾਂ, ਹੁਣ ਇੱਦਾਂ ਕਰਨਾ ਚਾਹੀਦਾ। ਉਹ ਤਾਂ ਬਦਲ ਗਏ, ਲੇਕਿਨ ਉਹਨਾਂ ਤੋਂ ਜੋ ਉਹਨਾਂ ਦੇ ਵਿਦਿਆਰਥੀ ਹੁੰਦੇ ਨੇ ਉਹ ਵਿਚਾਰੇ ਭੰਬਲ ਭੂਸੇ 'ਚ ਪੈ ਜਾਂਦੇ ਨੇ। ਜਿਹਨੂੰ ਕਹਿੰਦੇ ਨੇ ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਏ, ਵੀ ਅੱਜ ਵਿਆਖਿਆ ਹੋਰ ਕੀਤੀ, ਕੱਲ੍ਹ ਕਿ ਹੋਰ ਵਿਆਖਿਆ ਕਰਤੀ। ਠੀਕ ਹੈ, ਤੁਸੀਂ ਤਾਂ ਬਦਲ ਗਏ। ਜਿਹਨੇ ਕੱਲ੍ਹ ਦੀ ਵਿਆਖਿਆ ਸੁਣ ਲਈ ਸੀ ਉਹ ਤੇ ਜਨਜਾਇਜੀ ਸੁਣੀ, ਉਹ ਫਰਕ ਪੈ ਗਿਆ ਨਾ। ਅਗਲਾ ਕਹੇਗਾ ਦੇਖੋ ਜੀ ਕੱਲ੍ਹ ਆਹ ਸੁਣਾਇਆ ਸੀ, ਅੱਜ ਆਹ ਸੁਣਾ ਦਿੱਤਾ। ਕਿਉਂਕਿ ਜੇ ਵਿਅਕਤੀ ਆਪਣੇ ਉਪਦੇਸ਼ ਦੇਵੇਗਾ ਤਾਂ ਇੱਦਾਂ ਹੀ ਹੋਏਗਾ। ਔਰ ਇਹ ਬਹੁਤ ਬਾਰੀਕ ਮੰਡਲ ਤੇ ਸਾਡੇ ਘਰ ਵਿੱਚ ਵੀ ਰਿਹਾ ਹੈ। ਜਦੋਂ 10 ਪਾਤਸ਼ਾਹ ਨੇ ਸਰੀਰ ਕਰਕੇ ਵਰਤੀਆਂ ਨੇ ਅਤੇ ਥੋੜ੍ਹਾ ਥੋੜ੍ਹਾ ਵਿਅਕਤੀਗਤ ਜਿੱਥੇ ਮੰਡਲ ਹੁੰਦਾ ਹੈ, ਜਿੱਥੇ ਸਰੀਰ ਰੂਪ ਦੀ ਅਵਸਥਾਵਾਂ ਦਾ ਨਿਰਣਾ ਰਿਹਾ ਹੈ, ਉੱਥੇ ਥੋੜ੍ਹਾ ਥੋੜ੍ਹਾ ਭੇਤ ਰਿਹਾ ਹੈ। ਔਰ ਇੱਕ ਦੌਰ ਸਾਡਾ ਆਇਆ ਸੀ ਜਦੋਂ ਸਿੱਖ ਪੁੱਛਣ ਲੱਗ ਪਏ ਸਨ, ਗੁਰੂ ਕਿੱਦਾਂ ਕਰਦੇ ਨੇ, ਇਹ ਕੀ ਕਰਦੇ ਨੇ? ਜਦੋਂ ਆਪਣੇ ਸਮੇਂ 'ਚ ਪੜ੍ਹਿਆ ਹੋਣਾ ਕਿ ਪੰਚਮ ਪਾਤਸ਼ਾਹ ਤੋਂ ਸ਼ਹਾਦਤ ਤੋਂ ਬਾਅਦ ਵਿੱਚ 6ਵੇਂ ਪਾਤਸ਼ਾਹ ਸਾਹਿਬ ਜੀ ਨੇ ਬਾਹਰਲਾ ਸਾਰਾ ਹੀ ਢਾਂਚਾ ਬਦਲਿਆ ਹੈ। ਲਿਬਾਸ ਤੋਂ ਲੈ ਕੇ ਸ਼ਸਤਰ ਤੱਕ, ਖਾਣ ਪੀਣ ਤੱਕ ਸਭ ਕੁਝ ਲਗਭਗ ਬਦਲ ਗਿਆ। ਅਤੇ ਪੁੱਛਿਆ ਸੀ ਇਹ ਕੀ ਹੋਣ ਲੱਗ ਪਿਆ? ਗੁਰੂ ਦੇ ਬਾਬਤ ਵੀ ਲੋਕਾਂ ਦੇ ਮਨ 'ਚ ਖਿਆਲ ਘੁੰਮਣ ਲੱਗ ਪਿਆ ਸੀ ਵੀ ਕੀ ਹੈ। ਪਰ ਚੂੰਕਿ ਉਹ ਗੁਰੂ ਬਦਲੇ ਹੋਏ ਨਹੀਂ ਸਨ, ਇਸ ਕਰਕੇ ਥੋੜ੍ਹੇ ਸਮੇਂ ਬਾਅਦ ਭਰਮ 'ਚ ਪਾਏ ਹੋਏ ਲੋਕਾਂ ਨੂੰ ਛੇਤੀ ਪਤਾ ਲੱਗ ਗਿਆ ਵੀ ਨਹੀਂ ਨਹੀਂ, ਅਸੀਂ ਭਰਮ ਦੇ ਵਿੱਚ ਭੁਲੇਖੇ 'ਚ ਪਏ ਸਾਂ, ਗੁਰੂ ਤੇ ਉਹੀ ਹੈ, ਬਲਕਿ ਉਸ ਨੇ ਤਾਂ ਅਗਲਾ ਪੜਾਅ ਅਗਲਾ ਕਦਮ ਲੈ ਲਿਆ। ਯਾਦ ਰੱਖਣਾ, ਇਹ ਚੀਜ਼ਾਂ ਬਹੁਤ ਬਾਰੀਕ ਹੁੰਦੀਆਂ ਨੇ। ਇਸੇ ਕਰਕੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ 10ਵੇਂ ਜਾਮੇ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਜੋੜਿਆ ਕਿ ਭਈ ਇਹਦੇ ਵਿੱਚ ਰੰਚ ਮਾਤਰ ਵੀ ਬਦਲਾਵ ਨਹੀਂ ਹੋ ਸਕਦਾ, ਅਤੇ ਜਦੋਂ ਰੰਚ ਮਾਤਰ ਵੀ ਬਦਲਾਵ ਨਹੀਂ ਹੋਣਾ ਅਤੇ ਤੈਨੂੰ ਭਰਮ ਦਾ ਗੁੰਜਾਇਸ਼ ਹੀ ਬਾਕੀ ਨਹੀਂ। ਬਸ ਇੰਨਾ ਹੋ ਸਕਦਾ, ਮੈਂ ਪੜ੍ਹਦਾ ਹਾਂ, ਮੈਨੂੰ ਸਮਝ ਨਹੀਂ ਆਈ, ਕਿ ਤੁਸੀਂ ਪੜ੍ਹਦੇ ਹੋ, ਤੁਹਾਨੂੰ ਸਮਝ ਆ ਗਈ, ਅਤੇ ਮੈਨੂੰ ਚਾਹੀਦਾ ਕਿ ਮੈਂ ਤੁਹਾਡੇ ਤੋਂ ਪੁੱਛ ਲਾਂ, ਭਾਈ ਤੁਸੀਂ ਵੱਡੇ ਹੋ, ਤੁਹਾਨੂੰ ਭਾਸ਼ਾ ਵਿਗਿਆਨ ਦਾ ਜ਼ਿਆਦਾ ਪਤਾ ਹੈ, ਤੁਸੀਂ ਮੈਨੂੰ ਸਮਝਾ ਦਿਓ ਮਹਾਰਾਜ ਕੀ ਕਹਿ ਰਹੇ ਨੇ। ਉਹ ਅਨੁਭਵ ਆਪਣਾ ਆਪਣਾ ਥੋੜ੍ਹਾ ਬਹੁਤਾ, ਕਿਉਂਕਿ ਗੁਰੂ ਹੈ ਨਾ, ਫਿਰ ਆਦਿ ਜੁਗਾਦੀ ਹੈ, ਸੱਚ ਹੈ। ਸੱਚ ਤੱਕ ਪਹੁੰਚਣ ਵਾਸਤੇ ਸਾਨੂੰ ਯਤਨ ਕਰਦੇ, ਉਹ ਇੱਕੋ ਜੁਗਤ ਹੈ। ਰਸਨਾ ਕਰਕੇ ਪਹਿਲਾਂ ਪੜ੍ਹੀਏ, ਸੁਣੀਏ, ਸਮਝੀਏ। ਇਹਦੇ ਨਾਲ ਹੀ ਨਾਲ ਸ਼ਕਤੀ ਨੂੰ ਪ੍ਰਾਪਤ ਕਰਨ ਵਾਸਤੇ ਜਪ ਕਰਿਆ ਕਰੀਏ। ਮੈਂ ਇੱਥੇ ਦੁਨਿਆਵੀ ਮਾਇਆਵੀ ਸ਼ਕਤੀ ਦੀ ਗੱਲ ਨਹੀਂ ਕਰ ਸਕਦਾ। ਉਹ ਸ਼ਕਤੀ ਜਿਹਦੇ ਨਾਲ ਗੁਣ ਗ੍ਰਹਿਣ ਹੁੰਦੇ ਨੇ, ਉਹ ਬਲ ਜਿਹਦੇ ਨਾਲ ਅਵਗੁਣ ਤਿਆਗੇ ਜਾਂਦੇ, ਕਿਉਂਕਿ ਅਵਗੁਣਾਂ ਦੇ ਤਿਆਗ ਵਾਸਤੇ ਵੀ ਬਲ ਚਾਹੀਦਾ। ਕਮਜ਼ੋਰ ਵਿਅਕਤੀ ਨਾ ਅਵਗੁਣਾਂ ਦਾ ਤਿਆਗ ਕਰ ਸਕਦਾ ਜੇ, ਅਤੇ ਨਾ ਗੁਣਾਂ ਨੂੰ ਗ੍ਰਹਿਣ ਕਰ ਸਕਦਾ ਜੇ। ਕਿਸੇ ਮਨ ਕਰਕੇ ਕਮਜ਼ੋਰ ਵਿਅਕਤੀ ਨੂੰ ਕਹੀਏ ਇਹ ਤੇਰੀ ਆਦਤ ਮਾੜੀ ਹੈ, ਮੰਨ ਲਏਗਾ, ਹਾਂ ਆਦਤ ਹੈ ਮਾੜੀ, ਅਤੇ ਕੀ ਕਹੇ ਛੁੱਟਦੀ ਨਹੀਂ। ਇਹੀ ਕਹਿੰਦੇ ਅਕਸਰ ਸਾਡੇ 'ਚ ਕੀ ਕਹਿੰਦੇ, ਆਦਤ ਤਾਂ ਮਾੜੀ ਪੈ ਗਈ ਹੈ, ਪਰ ਕੀ ਕਰੀਏ ਛੁੱਟਦੀ ਨਹੀਂ। ਕਿਉਂ? ਕਿਉਂਕਿ ਮਨ ਕਮਜ਼ੋਰ ਹੈ। ਦੂਜੇ ਪਾਸੇ ਜਿਹੜੇ ਸਿਆਣੇ ਵਿਦਵਾਨ ਵਿਅਕਤੀ ਹੁੰਦੇ ਨੇ, ਉਹਨੂੰ ਜਦੋਂ ਪਤਾ ਲੱਗਦਾ ਵੀ ਇਹ ਆਦਤ ਮਾੜੀ ਪੈ ਗਈ ਸੀ, ਯਕਦਮ ਡਰੋਪ ਕਰ ਦਿੰਦਾ। ਆਦਤ ਮਾੜੀ ਕਿਸੇ ਨੂੰ ਵੀ ਪੈ ਸਕਦੀ ਹੈ, ਸਿਆਣੇ ਤੋਂ ਸਿਆਣੇ ਵਿਦਵਾਨਾਂ ਨੂੰ ਵੀ ਪੈ ਸਕਦੀ ਹੈ, ਪਰ ਜਦੋਂ ਉਹਨੂੰ ਪਤਾ ਲੱਗਦਾ ਹੈ, ਮਨ ਕਰਕੇ ਬਲਵਾਨ ਵਿਅਕਤੀ ਉਸੇ ਵਕਤ ਉਸ ਆਦਤ ਨੂੰ ਡਰੋਪ ਕਰ ਦਿੰਦਾ, ਛੱਡ ਦਿੰਦਾ, ਔਰ ਉਸੇ ਟਾਈਮ ਤੋਂ ਛੱਡ ਦਿੰਦਾ। ਕਮਜ਼ੋਰ ਵਿਅਕਤੀ ਨੂੰ ਉਮਰਾਂ ਲੰਘ ਜਾਂਦੀਆਂ ਨੇ, ਮਾੜੀਆਂ ਆਦਤਾਂ ਨਹੀਂ ਤਿਆਗ ਪਾ ਰਿਹਾ। ਉਹ ਤਨ ਕਰਕੇ ਕਮਜ਼ੋਰ ਨਹੀਂ ਹੁੰਦੇ, ਮਨ ਕਰਕੇ ਕਮਜ਼ੋਰ। ਜਿਹੜੇ ਵਿਅਕਤੀ ਕਹਿੰਦੇ ਨਹੀਂ ਜੀ ਦੇਖੋ ਜੀ ਸਾਥੋਂ ਆਦਤਾਂ ਨਹੀਂ ਬਦਲੀਆਂ ਜਾ ਰਹੀਆਂ, ਇਹ ਮਨ ਕਰਕੇ ਕਮਜ਼ੋਰ ਵਿਅਕਤੀ ਨੇ।
ਗੁਰਦੇਵ ਕਿਰਪਾ ਕਰਨ ਸਾਨੂੰ ਮਾਨਸਿਕ ਸ਼ਕਤੀ ਪ੍ਰਾਪਤ ਹੋਏ, ਉਹਦੇ ਵਾਸਤੇ ਜਪ ਕਰਨਾ ਲੋੜੀਂਦਾ ਹੈ। ਜਿਵੇਂ ਸਰੀਰ ਨੂੰ ਸ਼ਕਤੀ ਪ੍ਰਾਪਤ ਹੋਵੇ, ਚੰਗਾ ਭੋਜਨ ਛਕੀਦਾ ਹੈ, ਬਾਰੰਬਾਰ ਛਕਣਾ ਪੈਂਦਾ ਹੈ, ਇਵੇਂ ਮਨ ਨੂੰ ਫਲ ਪ੍ਰਾਪਤ ਹੋਵੇ ਕਿ ਚੰਗੀਆਂ ਆਦਤਾਂ ਗ੍ਰਹਿਣ ਕਰ ਸਕੇ ਅਤੇ ਮਾੜੀਆਂ ਆਦਤਾਂ ਯਕਦਮ ਡਰੋਪ ਕਰ ਸਕੇ। ਇਹਦੇ ਵਾਸਤੇ ਸਾਨੂੰ ਜਪ ਕਰਨਾ ਪੈਣਾ। ਬਲਵਾਨ ਵਿਅਕਤੀਆਂ ਦਾ ਨਿੱਕਾ ਜਿਹਾ ਉਦਾਹਰਨ ਦੱਸਾਂ। ਅਸਾਂ ਸੁਣਿਆ ਹੈ ਨਾ ਕਿ ਭਾਈ ਜਿਹੜੇ ਮਨ ਕਰਕੇ ਚੇਤਨ ਅਤੇ ਬਲਵਾਨ ਵਿਅਕਤੀ ਹੁੰਦੇ ਨੇ, ਉਹਨਾਂ ਦੀ ਸ਼ਕਤੀ ਕਿਵੇਂ ਬਦਲਦੇ ਨੇ। ਸਾਡੇ ਘਰ ਵੀ ਇੱਕ ਨਾਮ ਹੈ ਭਾਈ ਸਾਹਿਬ ਭਾਈ ਬਿਧੀ ਚੰਦ ਸਾਹਿਬ ਜੀ ਦਾ, ਜਿਹੜੇ ਪਹਿਲੇ ਜੀਵਨ 'ਚ ਕਿਸੇ ਹੋਰ ਰਾਹ ਤੁਰੇ ਜਾਂਦੇ ਨੇ। ਅਚਾਨਕ ਝਟਕਾ ਲੱਗਦਾ ਹੈ, ਮੌਤ ਸਾਹਮਣੇ ਆ ਖੜੀ ਹੁੰਦੀ ਹੈ, ਅਤੇ ਇੱਕ ਗੁਰਮੁਖ ਭਾਈ ਅਦਲੀ ਮਿਲ ਜਾਂਦੇ ਨੇ। ਉਹ ਕਹਿਣ ਲੱਗੇ, ਆ ਛੱਡ ਦੇ, ਤਿਆਗ ਦੇ, ਚੋਰੀ ਤੇਰੀ ਆਦਤ ਹੈ, ਚੋਰੀ ਤੇਰੀ ਸੁਭਾਅ ਸ਼ਾਮਲ ਹੋ ਚੁੱਕੀ, ਛੱਡ ਦੇਂਗਾ। ਕੁਝ ਪਲ ਠਹਿਰਦਾ, ਕਹਿਣ ਲੱਗਾ ਜ਼ਿੰਦਗੀ ਮਿਲੇਗੀ। ਕਹਿਣ ਲੱਗੇ ਮਿਲੇਗੀ। ਚੋਰੀ ਛੱਡੇਗਾ ਅਤੇ ਜ਼ਿੰਦਗੀ ਮਿਲੇਗੀ। ਉਹਨੇ ਕਿਹਾ ਹੁਣੇ ਹੀ ਛੱਡੀ। ਔਰ ਉਸ ਦਿਨ ਤੋਂ ਬਾਅਦ ਵਿੱਚ ਫਿਰ ਕਦੇ ਉਸ ਪਾਸੇ ਗਏ ਹੀ ਨਹੀਂ। ਅਸੀਂ ਭਾਈ ਸਾਹਿਬ ਕਹਿਣ ਲੱਗ ਪਏ ਜੀ, ਅਤੇ ਜੇ ਸਾਡੇ ਵਰਗਿਆਂ ਰੋਜ਼ ਪਤਾ ਲੱਗਦਾ ਗਲਤ ਬਾਤ ਹੈ, ਇਹ ਚੋਰੀ ਕਰਨਾ ਗਲਤ ਹੈ, ਕਿ ਛੱਡਦੇ ਅਸੀਂ ਨਹੀਂ, ਮੰਨਦੇ ਹਾਂ ਗਲਤ ਹੈ, ਸੌਰੀ ਰੋਜ਼ ਬੋਲਦੇ ਹਾਂ ਗਲਤ ਹੈ, ਪਰ ਛੱਡ ਕਿਉਂ ਨਹੀਂ ਪਾਉਂਦੇ? ਕਿਉਂਕਿ ਸਾਡਾ ਮਨ ਕਮਜ਼ੋਰ ਹੈ। ਉਹਨਾਂ ਦਾ ਮਨ ਬਲਵਾਨ ਹੈ, ਪਤਾ ਲੱਗ ਗਿਆ ਗਲਤ ਹੈ, ਇਸ ਤੋਂ ਬਾਅਦ ਜ਼ਿੰਦਗੀ ਹੈ, ਇਸ ਦੇ ਸਦਕੇ ਤੇ ਮੌਤ ਹੈ, ਉੱਥੇ ਛੱਡ ਦਿੰਦਾ ਹੈ। ਅਸੀਂ ਨਹੀਂ ਛੱਡ ਪਾ ਰਹੇ। ਇਸ ਕਰਕੇ ਉਸ ਜਪ ਨੂੰ ਕਰੀਏ ਜਿਸ ਦੇ ਸਦਕੇ ਬਲ ਮਿਲਦਾ ਹੈ। ਔਰ ਜਪ ਕਿਹਨੇ ਦਿੱਤਾ ਹੈ? ਯਾਦ ਰੱਖਣਾ, ਇਹ ਮੱਤ ਕੌਣ ਦਿੰਦਾ ਹੈ? ਇਹ ਮੱਤ ਦਿੰਦਾ ਹੈ ਗੁਰੂ। ਅੱਜ ਦੀ ਪੌੜੀ ਇਸੇ ਗੱਲ ਦੀ ਵਿਆਖਿਆ ਕਰਦੀ ਹੈ। ਜਿਨ ਜਗ ਜੀਵਨ ਉਪਦੇਸਿਆ, ਜਿਸ ਨੇ ਸਾਨੂੰ ਉਪਦੇਸ਼ ਦਿੱਤਾ ਹੈ ਜਗ ਜੀਵਨ ਦਾ। ਜਿਨ ਜਗ ਜੀਵਨ ਉਪਦੇਸਿਆ, ਜਗ ਜੀਵਨ ਕਹੀਏ ਪ੍ਰਮਾਤਮਾ ਨੂੰ। ਹੁਣ ਪ੍ਰਮਾਤਮਾ ਨੂੰ ਉਪਦੇਸਿਆ ਕਿਵੇਂ ਭਾਵ ਹੈ? ਜਿਸ ਨੇ ਸਾਨੂੰ ਰੱਬ ਦੇ ਬਾਰੇ ਸੋਝੀ ਦਿੱਤੀ। ਅਸੀਂ ਤਾਂ ਐਵੇਂ ਸੰਸਾਰ 'ਚ ਰੋਟੀਆਂ ਖਾ ਕੇ ਤੁਰੇ ਫਿਰਦੇ ਸਾਂ, ਸਾਨੂੰ ਰੱਬ ਦੇ ਬਾਰੇ ਆਖਰ ਕਿਸੇ ਤੇ ਦੱਸਿਆ ਨਾ। ਕਲਪਨਾ ਕਰੀਏ ਕਿ ਚਲੋ ਹੁਣ ਤਾਂ ਅਸੀਂ ਉਹਨਾਂ ਮਾਪਿਆਂ ਦੇ ਘਰ ਸੁਭਾਵਿਕ ਸਾਨੂੰ ਭਾਗਾਂ ਕਰਕੇ ਜਨਮ ਮਿਲਿਆ, ਜਿਹੜੇ ਪਹਿਲਾਂ ਹੀ ਸਾਡੇ ਜਨਮ ਤੋਂ ਪਹਿਲਾਂ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਸਨ, ਜਿਹੜੇ ਸਾਡੇ ਜਨਮ ਤੋਂ ਪਹਿਲਾਂ ਇਸ ਪਾਸੇ ਨੂੰ ਮੱਥਾ ਟੇਕਣ, ਬਾਣੀ ਪੜ੍ਹਨ, ਸੁਣਨ, ਵਿਚਾਰਨ ਆਉਂਦੇ ਸਨ। ਸਾਨੂੰ ਤਾਂ ਪੈਦਾਇਸ਼ੀ ਜਨਮੀ ਗੁੜਤੀ ਮਿਲ ਗਈ, ਭਾਈ ਸਤਿਨਾਮ ਵਾਹਿਗੁਰੂ ਜਪੀ ਜਾਣਾ। ਪਰ ਕਲਪਨਾ ਕਰੀ ਕੋਈ ਐਸੇ ਪਰਿਵਾਰ ਦੇ, ਐਸੇ ਵਿਅਕਤੀਤਵ ਦੇ, ਜਿਨ੍ਹਾਂ ਨੇ ਕਦੇ ਰੱਬ ਦੇ ਬਾਰੇ ਸੁਣਿਆ ਹੀ ਨਹੀਂ, ਜਿਨ੍ਹਾਂ ਰੱਬ ਦੇ ਬਾਰੇ ਕਦੇ ਸੋਚਿਆ ਹੀ ਨਹੀਂ, ਕਿਉਂਕਿ ਰੱਬ ਪਤਾ ਹੀ ਨਹੀਂ ਉਹਨੂੰ। ਆਖਰ ਕਿਸੇ ਕੋਈ ਤਾਂ ਦੱਸੇਗਾ ਨਾ, ਪਹਿਲੀ ਵਾਰ ਤੇ ਕਿਸੇ ਦੱਸਿਆ ਹੋਏਗਾ ਨਾ। ਸਾਡੇ ਪਰਿਵਾਰਾਂ ਨੂੰ ਪਹਿਲੀ ਵਾਰ ਤੇ ਕਿਸੇ ਦੱਸਿਆ ਹੋਣਾ ਨਾ ਕਿ ਭਾਈ ਇੱਧਰ ਆਓ। ਉਹ ਭਾਵੇਂ 10, 20, 30 ਸਾਲ ਹੋਣ, ਭਾਵੇਂ ਸਦੀਆਂ ਗੁਜ਼ਰ ਗਈਆਂ ਹੋਣ, ਕਦੇ ਤੇ ਸਾਡੇ ਕਿਸੇ ਪਰਿਵਾਰ ਦੇ ਜੀਅ ਨੂੰ ਕਿਸੇ ਬਾਂਹ ਫੜ ਕੇ ਕਹਿਣਾ, ਚੱਲ ਭਾਈ ਇੱਧਰ ਗੁਰੂ ਹੈ ਹੀ, ਆ ਗੁਰੂ ਕੋ ਚੱਲੀਏ। ਸਾਨੂੰ ਪਹਿਲੀ ਵਾਰ ਕੋਈ ਤਾਂ ਲੈ ਕੇ ਆਇਆ ਹੋਣਾ ਨਾ। ਭਾਵੇਂ ਸਾਨੂੰ ਮਾਂ ਲੈ ਕੇ ਆਈ ਅਤੇ ਭਾਵੇਂ ਪਿਤਾ ਲੈ ਕੇ ਆਏ, ਕੋਈ ਤਾਂ ਪਹਿਲੀ ਵਾਰ ਜਿੱਦਣ ਸਾਡੇ ਘਰਾਂ 'ਚ ਇੱਕ ਰਿਵਾਜ ਹੈ, ਬੱਚੇ ਨੂੰ ਪਹਿਲੀ ਵਾਰ ਮੱਥਾ ਟਿਕਾਣ ਚੱਲੇ ਆ। ਆਖਰ ਕਿਸੇ ਨੇ ਤਾਂ ਦਿੱਤਾ ਨਾ, ਅਤੇ ਕਦੇ ਤਾਂ ਸਾਨੂੰ ਕੋਈ ਉਪਦੇਸ਼ ਪਹਿਲਾਂ ਮਿਲਿਆ ਨਾ। ਅਸੀਂ ਬਹੁਤ ਸਾਰੇ ਚੀਜ਼ਾਂ ਦਿਨਾਂ ਨੂੰ ਯਾਦ ਕਰਦੇ, ਸਾਨੂੰ ਆ ਪਹਿਲਾ ਕਦਮ ਪੁੱਟਿਆ। ਅੱਜ ਤੇ ਟੈਕਨੋਲੋਜੀ ਵਿੱਚ ਲੋਕ ਬੱਚੇ ਦੇ ਪਹਿਲਾ ਕਦਮ ਧਰਿਆ, ਬੱਚੇ ਨੇ ਪਹਿਲਾ ਅੱਖਰ ਬੋਲਿਆ, ਬੱਚਾ ਪਹਿਲੇ ਦਿਨ ਸਕੂਲ ਗਿਆ, ਪਹਿਲੇ ਦਿਨ ਆਹ ਕੀਤਾ, ਪਹਿਲੇ ਕਰਦਾ ਹੈ ਨਾ। ਕਿ ਇਸੇ ਤਰ੍ਹਾਂ ਸਾਨੂੰ ਇਹ ਤਾਂ ਪਹਿਲੇ ਦਿਨ ਕਿਸੇ ਦੱਸਿਆ ਨਾ, ਭਾਈ ਆਹ ਗੁਰੂ ਹੀ, ਆਹ ਤੇਰਾ ਗੁਰੂ ਹੀ। ਅਤੇ ਗੁਰੂ ਨੇ ਹਰ ਪਹਿਲੇ ਦਿਨ ਕਦੇ ਦੱਸਿਆ ਹੋਣਾ ਕਿ ਭਾਈ ਮੇਥੋਂ ਹੀ ਅੱਗੇ ਚੱਲ, ਉੱਪਰ ਵੀ ਕੋਈ ਹੈਗਾ ਹੀ। ਜਗਜੀਵਨ ਦੇ ਬਾਰੇ ਜਿਹਨੇ ਸੋਝੀ ਦਿੱਤੀ ਹੈ, ਜਿਸ ਨੇ ਸਾਨੂੰ ਰੱਬ ਦੇ ਬਾਰੇ ਸੋਝੀ ਦਿੱਤੀ ਹੈ, ਤਿਸ ਗੁਰ ਕੋ ਹੋਂ ਸਦਾ ਘੁਮਾਇਆ। ਘੁਮਾਇਆ ਦਾ ਮਤਲਬ ਅਸੀਂ ਆਮ ਤੌਰ 'ਤੇ ਕਹਿੰਦੇ ਉਤੋਂ ਅਸੀਂ ਬਲਿਹਾਰ ਜਾਵਣਾ। ਬਾਬਾ ਕਬੀਰ ਸਾਹਿਬ ਜੀ ਇਸ ਤੋਂ ਸਭ ਤੋਂ ਬਿਹਤਰੀਨ ਉਦਾਹਰਣ ਸਾਨੂੰ ਦਿੰਦੇ ਨੇ। ਬਾਬਾ ਕਬੀਰ ਸਾਹਿਬ ਜੀ ਆਪਣੇ ਜੀਵਨ ਵਿੱਚੋਂ ਇਸ ਦੀਆਂ ਉਦਾਹਰਣਾਂ, ਜਿੱਥੇ ਬਾਣੀ ਆਪਣੇ ਕਲਾਮ 'ਚ, ਆਪਣੇ ਸ਼ਬਦਾਂ 'ਚ ਵਰਤਦੇ ਨੇ,
ਉੱਥੇ ਉਹਨਾਂ ਨੇ ਇਸ ਗੱਲ ਨੂੰ ਜ਼ਿੰਦਗੀ ਦੇ ਤਜਰਬਿਆਂ ਵਿੱਚ ਕਰਕੇ ਵਿਖਾਇਆ। ਕੁਦਰਤੀ, ਕਿਉਂਕਿ ਸੰਤਾਂ ਭਗਤਾਂ ਦਾ ਜੀਵਨ ਸਾਡੇ ਵਾਸਤੇ ਪ੍ਰੇਰਣਾਦਾਇਕ ਕਿਉਂ ਹੁੰਦਾ ਹੈ ਕਿ ਇਹਨਾਂ ਨੂੰ ਕੁਦਰਤ ਵਰਤਦੀ ਹੈ। ਮਤ ਖਿਆਲ ਕਰਨਾ ਕਿ ਸਾਨੂੰ ਹੀ ਵਰਤਿਆ ਜਾਂਦਾ ਹੈ। ਇਹ ਗੁਰਮੁਖ ਭਗਤਾਂ ਦਾ ਤਾਂ ਜਨਮ ਹੀ ਇਸੇ ਕਰਕੇ ਹੁੰਦਾ ਵੀ ਇਹਨਾਂ ਨੇ ਸੰਸਾਰ ਨੂੰ ਕੁਝ ਚੀਜ਼ਾਂ, ਕੁਝ ਗੱਲਾਂ ਇਸ ਤਰ੍ਹਾਂ ਦੇਣੀਆਂ ਨੇ ਜੋ ਲੋਕਾਂ ਨੂੰ ਛੇਤੀ ਸਮਝਾ ਸਕਣ। ਬਚਪਨ ਗੁਜ਼ਰਦਾ ਹੈ, ਚੇਤਾ ਹੁੰਦਾ ਹੈ ਗੁਰੂ ਕੋ ਜਾਣਾ ਚਾਹੀਦਾ ਹੈ। ਜਾਤ ਜਨਮ ਕਰਕੇ ਆਸ਼ਰਮ 'ਚ ਪ੍ਰਵੇਸ਼ ਨਹੀਂ ਮਿਲਦਾ, ਮਨ 'ਚ ਖਿਆਲ ਹੁੰਦਾ ਗੁਰੂ 'ਤੇ ਮਿਲਣਾ ਚਾਹੀਦਾ। ਅਤੇ ਕੀ ਕਰਦੇ ਨੇ, ਜਿਸ ਰਾਹ ਤੋਂ ਗੁਰੂ ਲੰਘਦੇ ਨੇ, ਸੁਣਿਆ ਇਹ ਗੁਰੂ ਹੈ। ਜਿਸ ਰਾਹ ਤੋਂ ਗੁਰੂ ਲੰਘਦੇ ਨੇ ਉਹਨਾਂ ਪੌੜੀਆਂ 'ਤੇ ਲੇਟ ਕੇ ਅੱਜ ਤੱਕ ਅਸੀਂ ਸੁਣਿਆ। ਮੂੰਹ ਹਨੇਰੇ, ਹੁਣ ਤਾਂ ਲਾਈਟਾਂ ਦੇ ਤਮਾਮ ਪ੍ਰਬੰਧ ਹੁੰਦੇ ਨੇ, ਉਦੋਂ ਤਾਂ ਸੀਗੇ ਹੀ ਨਹੀਂ। ਉਦੋਂ ਤਾਂ ਮੂੰਹ ਹਨੇਰੇ ਲੋਕ ਲੰਘਦੇ, ਪੌੜੀਆਂ 'ਤੇ ਪੈਰ ਪਿਆ, ਦੇਖਿਆ ਕਿ ਕੋਈ ਲੇਟਿਆ ਹੋਇਆ ਬਾਲਕਾ, ਬੜਵਾਹੇ ਉਠਾਇਆ। ਅਤੇ ਪੁਰਾਣੇ ਸਾਖੀ 'ਚ ਪੜ੍ਹਿਆ ਕਿ ਬਾਲਕੇ 'ਤੇ ਪੈਰ ਪੈ ਗਿਆ ਅਤੇ ਬਾਲਕਾ ਰੋਣ ਲੱਗ ਪਿਆ। ਤਾਂ ਵਜਨ ਪੈ ਗਿਆ ਤਾਂ ਰੋ ਪਿਆ, ਅਤੇ ਪਿਆਰ ਨਾਲ ਦਿਲਾਸਾ ਦੇ ਕੇ ਸਿਰ 'ਤੇ ਹੱਥ ਮਾਰ ਕੇ ਰਾਮ ਕੇ ਰਾਮ ਕਹੋ। ਇਹ ਪਹਿਲਾ ਉਪਦੇਸ਼ ਕਿਸੇ 'ਤੇ ਦਿੱਤਾ ਨਾ। ਅਤੇ ਯਾਦ ਹੈ ਕਬੀਰ ਸ਼ਬਦ ਹੈ ਰਾਮ ਕਹੋ ਹੀ ਗੁਰਮੰਤਰ ਮੰਨ ਲਿਆ ਉਹਨੇ। ਮੰਨ ਲਿਆ, ਗੱਲ ਮੰਨਣੇ ਦੀ ਹੈ। ਦਿੱਤੇ ਦੀ ਕੋਈ ਕੀਮਤ ਨਹੀਂ ਬਹੁਤੀ ਅਧਿਆਤਮ 'ਚ ਮੰਨੀ ਜਾਂਦੀ। ਦਿੱਤੇ ਦੀ ਕੀਮਤ ਸੰਸਾਰ 'ਚ ਹੁੰਦੀ ਹੈ। ਤੁਸਾਂ ਕੀ ਦਿੱਤਾ, ਅਸਾਂ ਕੀ ਦਿੱਤਾ ਇੱਕ ਦੂਜੇ ਨੂੰ। ਦਿੱਤੇ ਦੀ ਕੀਮਤ ਸੰਸਾਰ ਵਿੱਚ ਹੈ। ਅਧਿਆਤਮ 'ਚ ਦਿੱਤੇ ਦੀ ਕੀਮਤ ਨਹੀਂ ਹੈ, ਅਧਿਆਤਮ 'ਚ ਮੰਨਣੇ ਦੀ ਕੀਮਤ ਹੈ। ਤੁਸਾਂ ਕੀ ਮੰਨ ਲਿਆ, ਕਦੋਂ ਮੰਨ ਲਿਆ। ਮੰਨ ਲੈਂਦੇ ਹੋ ਅਤੇ ਲੋਕ ਖਿਮਾ ਕਰਨਾ, ਲੋਕ ਅਸੀਂ ਉੱਥੇ ਕਈ ਵਾਰ ਟਿੱਪਣੀ ਕਰਦੇ ਰਹਿੰਦੇ ਹਾਂ। ਮੰਨ ਲਿਆ ਹੈ ਅਤੇ ਭਗਵਾਨ ਧੰਨੇ ਨੇ ਮੰਨ ਲਿਆ, ਭਗਵਾਨ ਨਾਮਦੇਵ ਨੇ ਮੰਨ ਲਿਆ ਤਾਂ ਨਾਮਦੇਵ 'ਚ ਬਣ ਜ਼ਿਕਰ ਕਰਦੇ ਨੇ, ਮੈਂ ਤਾਂ ਦੁੱਧ ਪਿਆ ਲਿਆ। ਅੱਜ ਤੱਕ ਦਾ ਗਿਆਨੀ ਵਿਗਿਆਨੀ ਇਸ ਗੱਲ ਨੂੰ ਨਹੀਂ ਪਕੜ ਪਾ ਰਿਹਾ। ਦੁਨੀਆ ਦਾ ਤਰਕ ਸ਼ਾਸਤਰੀ ਇਸ ਗੱਲ ਨੂੰ ਨਹੀਂ ਸਮਝ ਪਾ ਰਿਹਾ। ਪਰ ਫਿਰ ਵੀ ਸਾਡੇ ਸਤਿਗੁਰੂ ਸਾਨੂੰ ਲਿਖ ਕੇ ਦਿੰਦੇ ਨੇ ਕਿ ਭਾਈ ਭਗਤ ਨਾਮਦੇਵ ਕਹਿੰਦੇ ਮੈਨੂੰ ਤੇ ਮੇਰੇ ਪਿਤਾ ਨੇ ਕਿਹਾ ਸੀ ਵੀ ਦੁੱਧ ਪਿਆ ਕੇ ਫਿਰ ਬੇਟਾ ਤੂੰ ਕੁਝ ਆਪਣਾ ਜਲਪਾਨ ਕਰਨਾ ਹੈ। ਮੈਂ ਤੇ ਗਾਂ ਚੋ ਕੇ ਲੈ ਆਇਆ ਅਤੇ ਲੈ ਕੇ ਦੁੱਧ ਰੱਖ ਕੇ ਬੈਠ ਗਿਆ। ਅੱਛਾ ਬੈਠਾ ਰਿਹਾ, ਕਹਿਣ ਲੱਗੇ ਨਹੀਂ ਦੁੱਧ ਪਿਆ ਕੇ ਆਇਆ। ਦੁੱਧ ਪਿਆਏ ਭਗਤ ਕਰ ਗਿਆ। ਮੈਂ ਤੇ ਭਾਈ ਦੁੱਧ, ਹੁਣ ਉਹ ਮੰਨ ਲਈਏ ਨਾ ਮੰਨ ਲਈਏ ਸਾਡੇ 'ਤੇ ਨਿਰਭਰ ਕਰਦਾ। ਦੇਖਿਆ ਤੇ ਮੈਂ ਵੀ ਨਹੀਂ, ਦੇਖਿਆ ਤੁਸੀਂ ਵੀ ਨਹੀਂ, ਦੇਖਿਆ ਤੇ ਕਿਸੇ ਵੀ ਨਹੀਂ। ਗੱਲ ਤੇ ਮੰਨਣ ਦੀ ਹੈ ਨਾ। ਉਹਨੇ ਕਿੱਦਾਂ ਪਿਆ, ਕੀ ਕੀਤਾ ਪਤਾ ਨਹੀਂ ਸਾਨੂੰ, ਪਰ ਪਤਾ ਹੈ ਮੰਨੇ ਕੀ ਗਤ ਕਹੀ ਨਾ ਜਾਏ। ਉਹਨੇ ਮੰਨ ਲਿਆ, ਉਹਨੂੰ ਇਹ ਪਤਾ ਹੀ ਨਹੀਂ ਕਿ ਪੱਥਰ ਹੈ। ਸਾਨੂੰ ਪਤਾ ਨਾ ਪੱਥਰ ਹੈ, ਇਸ ਕਰਕੇ ਸਾਡੀ ਸੁਣਵਾਈ ਨਹੀਂ ਹੁੰਦੀ। ਬਾਲ ਬੁੱਧ ਹੈ, ਉਹਨੇ ਕਿਹਾ ਬੇਟਾ ਠਾਕੁਰ ਜੀ ਨੂੰ ਦੁੱਧ ਛਕਾਉਣਾ ਹੈ, ਬਸ। ਉਹ ਬੈਠ ਕੇ ਠਾਕੁਰ ਜੀ ਦੁੱਧ ਛਕੋ, ਦੁੱਧ ਛਕਾ ਕੇ ਆਏ। ਇਹ ਗੱਲ ਮੰਨੇ 'ਤੇ ਨਿਰਭਰ ਕਰਦੀ ਨੇ। ਜਿਹਨੇ ਦੱਸਿਆ ਉਹ ਗੁਰੂ ਬਣ ਗਿਆ। ਜਿਸ ਨੇ ਗੁਰੂ ਬਾਰੇ ਪਰਮਾਤਮਾ ਬਾਰੇ ਦੱਸਿਆ, ਜਿਸ ਗੁਰੂ ਨੇ, ਮੈਂ ਇਸ ਗੁਰੂ ਤੋਂ ਬਲਿਹਾਰ ਜਾਣਦਾ ਹਾਂ। ਬਾਬਾ ਕਬੀਰ ਸਾਹਿਬ ਕਹਿੰਦੇ ਫਿਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ। ਇੱਕ ਵਾਰ ਕਿਸੇ ਸਿਆਣੇ ਪੁੱਛੇ ਪਿੱਛਾ ਹੁਣ ਤਾਂ ਤੁਹਾਨੂੰ ਰੱਬ ਦੇ ਬਾਰੇ ਬਹੁਤ ਸੋਝੀ ਹੋ ਗਈ, ਤੁਸੀਂ ਰੱਬ ਦੇ ਜਾਣਕਾਰ ਹੋ ਗਏ ਹੋ, ਰੱਬ ਨੂੰ ਮਿਲ ਗਏ ਹੋ। ਆਪ ਕਹਿੰਦੇ ਨੇ ਕਿ ਹੁਣ ਤਾਂ ਮੈਂ ਅਤੇ ਕਬੀਰ ਅਤੇ ਰਾਮ ਇੱਕ ਹੋ ਗਏ ਹਾਂ। ਅੱਛਾ ਹੁਣ ਤਾਂ ਰਾਮ ਕਬੀਰ ਇੱਕ ਭਏ ਹੋ, ਹੁਣ ਜੇ ਤੁਹਾਡਾ ਰਾਮ ਅਤੇ ਤੁਹਾਡਾ ਗੁਰੂ ਇਕੱਠੇ ਹੀ ਮਿਲ ਜਾਣ ਤਾਂ ਕੀ ਕਰੋਗੇ। ਪਹਿਲਾਂ ਤਾਂ ਪਤਾ ਨਹੀਂ ਸਾਨੂੰ, ਪਰ ਤੁਹਾਡਾ ਗੁਰੂ ਅਤੇ ਤੁਹਾਡਾ ਰਾਮ ਗੋਬਿੰਦ ਇਕੱਠੇ ਹੋ ਜਾਣ ਤਾਂ ਕੀ ਕਰੋਗੇ। ਕਹਿਣ ਲੱਗੇ ਮੈਂ ਆਪਣੇ ਗੁਰੂ ਨੂੰ ਮੱਥਾ ਟੇਕੂੰ ਪਹਿਲਾਂ। ਤੁਸੀਂ ਕਹਿੰਦੇ ਹੋ ਗੋਬਿੰਦ ਵੱਡਾ ਹੈ, ਸਾਰੀ ਰਚਨਾ ਗੋਬਿੰਦ ਦੀ, ਕਹਿਣ ਲੱਗੇ ਵੀ ਪਤਾ ਹੈ ਸਾਰੀ ਰਚਨਾ ਗੋਬਿੰਦ ਦੀ ਹੈ, ਸਾਰੀ ਰਚਨਾ ਰਾਮ ਦੀ ਹੈ, ਪਰ ਫਿਰ ਵੀ ਮੈਂ ਮੱਥਾ ਪਹਿਲਾਂ ਗੁਰੂ ਨੂੰ ਟੇਕੂੰਗਾ। ਆਖੇ ਕੀ ਕਿਉਂ? ਕਿਉਂਕਿ ਜੇ ਗੁਰੂ ਨਾ ਹੁੰਦੇ ਤਾਂ ਮੈਨੂੰ ਰੱਬ ਦੇ ਬਾਰੇ ਕੌਣ ਦੱਸਦਾ। ਇਸ ਕਰਕੇ ਬੜਾ ਪਿਆਰਾ ਬਚਨ ਉਹਦਾ ਕਰੀਬੀ ਕਬੀਰ ਸਾਹਿਬ ਦੀ ਗ੍ਰੰਥਾਵਲੀ 'ਚ ਪੜ੍ਹਿਆ ਜਾਂਦਾ, ਜੋ ਬੀਜਕ ਹੈ ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋਂ ਪਾਏ, ਬਲਿਹਾਰੀ ਗੁਰ ਆਪਣੇ। ਗੋਬਿੰਦ ਦੀ ਉਹ ਬਤਾਏ। ਆ ਗੋਬਿੰਦ ਜੀ ਦੇ ਬਾਰੇ ਗੁਰੂ ਨੇ ਦੱਸਿਆ, ਨਹੀਂ ਤਾਂ ਮੈਨੂੰ ਕੀ ਪਤਾ ਲੱਗਣਾ ਸੀ ਗੋਬਿੰਦ ਕੌਣ ਹੈ। ਗਣੇਸ਼ ਦਾ ਨਾਮ ਲੋਕ ਕਿਉਂ ਪੂਜਦੇ ਨੇ? ਅਸੀਂ ਟੀਕਾ ਟਿੱਪਣੀ ਕਰਦੇ ਹੋਵਾਂਗੇ, ਕਰਾਂਗੇ, ਪਰ ਭਾਰਤੀ ਸਾਹਿਤ ਜੋ ਸਨਾਤਨ ਮੰਡਲ ਹੈ, ਪਤਾ ਹੈ ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਦਾ ਹੈ।
ਸਰਵਪ੍ਰਥਮ ਪੂਜਾ ਦਾ ਹੱਕ ਗਣੇਸ਼ ਨੂੰ ਦਿੱਤਾ। ਪਤਾ ਕਿਉਂ? ਗਣੇਸ਼ ਨੇ ਸਭ ਤੋਂ ਪਹਿਲਾਂ ਮਾਤਾ ਪਿਤਾ ਨੂੰ ਮੱਥਾ ਟੇਕਿਆ। ਜੇ ਪੁੱਛਿਆ ਕਿਉਂ, ਕਹਿਣ ਲੱਗਾ ਦੁਨੀਆ ਹੋਵੇਗੀ ਵੱਡੀ, ਬਹੁਤ ਵੱਡੀ ਹੋਵੇਗੀ ਭਾਈ, ਮੈਨੂੰ ਵੀ ਪਤਾ ਬਹੁਤ ਵੱਡੀ ਹੈ। ਭਗਵਾਨ ਵੀ ਹੋਣਗੇ, ਦੁਨੀਆ ਵੀ ਹੋਏਗੀ, ਪਰ ਮੈਨੂੰ ਕੀ ਪਤਾ ਲੱਗਦਾ ਜੇ ਮੇਰੇ ਮਾਂ-ਬਾਪ ਨਾ ਹੁੰਦੇ ਤਾਂ ਮੈਂ ਦੁਨੀਆ 'ਚ ਕਿੱਥੇ ਹੁੰਦਾ। ਜੇ ਮੇਰੇ ਮਾਂ-ਬਾਪ ਨੇ ਤਾਂ ਮੈਂ ਦੁਨੀਆ ਚਾਹਨਾ ਤੇ ਮੈਂ ਹਾਂ ਤੇ ਦੁਨੀਆ ਹੈ। ਜੇ ਮੇਰੇ ਮਾਤਾ ਪਿਤਾ ਨਾ ਹੁੰਦੇ ਤੇ ਮੈਂ ਹੀ ਨਾ ਹੁੰਦਾ, ਮੈਂ ਨਾ ਹੁੰਦਾ ਤਾਂ ਦੁਨੀਆ ਨਾ ਹੁੰਦੀ। ਮੇਰੀ ਦੁਨੀਆ ਤੇ ਮੇਰੇ ਨਾਲ ਹੈ, ਪਰ ਸੱਚ ਰਹਿਣਾ ਇਹ ਦੁਨੀਆ ਜੋ ਮੇਰੀ ਮੇਰੇ ਨਾਲ ਹੈ, ਮੇਰੇ ਮਾਤਾ ਪਿਤਾ ਦੇ ਸਦਕੇ, ਇਸ ਕਰਕੇ ਉਹ ਦੁਨੀਆ ਦਾ ਚੱਕਰ ਲਾਉਣ ਗਿਆ ਹੀ ਨਹੀਂ। ਉਹ ਉੱਠੇ ਮਾਤਾ ਪਿਤਾ ਨੂੰ ਮੱਥਾ ਟੇਕ ਕੇ ਬਹਿ ਗਏ, ਉਹਨੂੰ ਸਰਵ ਸ਼੍ਰੇਸ਼ਠ ਮਾਣ ਮਿਲ ਗਿਆ। ਗੁਰੂ ਸਭ ਤੋਂ ਵੱਡਾ ਹੈ, ਇਸ ਕਰਕੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਕਿਉਂਕਿ ਗੁਰੂ ਨੇ ਹੀ ਮੈਨੂੰ ਰੱਬ ਦੇ ਬਾਰੇ ਦੱਸਿਆ। ਅੱਛਾ, ਕੀ ਕਰੋਗੇ ਫਿਰ, ਕਿੱਦਾਂ ਕਰੋਗੇ? ਕਹਿਣਗੇ ਤਿਸ ਗੁਰੂ ਕਾ ਹਉ ਖੰਨੀਐ। ਮੈਂ ਆਪਣੇ ਉਸ ਗੁਰੂ ਦੇ ਚਰਨਾਂ 'ਚ ਟੋਟੇ ਟੋਟੇ ਹੋ ਜਾਵਾਂ। ਖੰਨੀਏ ਕਹਿੰਦੇ ਟੁਕੜੇ ਟੁਕੜੇ ਹੋ ਜਾਵਾਂ। ਤਿਸ ਗੁਰੂ ਕਾ ਹਉ ਖੰਨੀਐ, ਜੇ ਅਵਸਥਾ ਕਿਤੇ ਬਣ ਜਾਏ, ਕਿਤੇ ਅਸੀਂ ਲੋੜ ਪੈ ਜਾਏ, ਮੈਂ ਆਪਣੇ ਗੁਰੂ ਦੇ ਸਨਮੁਖ, ਆਪਣੇ ਗੁਰੂ ਦੇ ਉਪਦੇਸ਼ਾਂ 'ਤੇ, ਆਪਣੇ ਗੁਰੂ ਦੇ ਬਚਨਾਂ 'ਤੇ ਪਹਿਰਾ ਦਿੰਦਾ ਦਿੰਦਾ ਟੋਟੇ ਟੋਟੇ ਕਰ ਦੇਵਾਂ। ਗੁਰਬਾਣੀ 'ਚ ਸੇ ਬਹੁਤ ਹੈ, ਤਨ ਮਨ ਕਾਟ ਕਾਟ ਸਭਰ ਪੀ ਵਿੱਚ ਅਗਨੀ ਆਪ ਜਲਾਈ। ਇੱਥੇ ਕੇਵਲ ਗਾਥਾਵਾਂ ਹੀ ਨਹੀਂ ਰਹਿ ਗਈਆਂ, ਜਿੱਥੇ ਗੁਰੂ ਪਾਤਸ਼ਾਹ ਸਾਹਿਬ ਜੀ ਨੇ ਕਰਕੇ ਦੱਸਿਆ, ਉੱਥੇ ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਵਰਗਿਆਂ ਨੇ ਆਪਣੇ ਟੋਟੇ ਟੋਟੇ ਕਰ ਕਰਕੇ ਦਿਖਵਾ ਤੇ ਲੈ ਪੇ ਦੇਖ ਲਓ। ਕਿਉਂ ਕਿਉਂ ਕਰਦੇ ਪਏ? ਕਹਿਣ ਲੱਗੇ ਜਿਨ ਮਧੂਸੂਦਨ ਹਰਿ ਨਾਮ ਸੁਣਾਇਆ। ਬਸ ਇਸ ਕਰਕੇ, ਕਿਉਂਕਿ ਇਸ ਗੁਰੂ ਨੇ ਮੈਨੂੰ ਪਰਮੇਸ਼ਵਰ ਦਾ ਨਾਮ ਸੁਣਾਇਆ। ਮਧੂਸੂਦਨ ਹਰਿ ਨਾਮ, ਪਰਮਾਤਮਾ ਦਾ ਨਾਮ। ਮਧੂਸੂਦਨ ਪਰਮਾਤਮਾ ਦਾ ਪਰਿਵਾਚੀ ਸ਼ਬਦ ਦੇ ਅਖਰੀ ਅਰਥ ਹੋਰ ਵੀ ਸੀ ਕਰ ਲੈਂਦੇ ਆ, ਪਰ ਸਿੱਧਾ ਕੀ ਵਾਹਿਗੁਰੂ ਪਰਮਾਤਮਾ। ਮੈਂ ਆਪਣੇ ਗੁਰੂ ਤੋਂ ਬਲਿਹਾਰਨੇ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਵਾਰਨੇ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ 100 ਵਾਰ ਟੁਕੜੇ ਟੁਕੜੇ ਹੋ ਜਾ ਕੇ ਕੁਰਬਾਨ ਜਾਣ ਲਈ ਤਿਆਰ ਹਾਂ, ਕਿਉਂਕਿ ਮੇਰੇ ਗੁਰੂ ਨੇ ਮੈਨੂੰ ਰੱਬ ਦਾ ਨਾਮ ਸੁਣਾਇਆ। ਸਾਨੂੰ ਵਾਹਿਗੁਰੂ ਕਿਹਨੇ ਦਿੱਤਾ ਹੈ? ਗੁਰੂ ਨਾਨਕ ਨੇ। ਗੁਰੂ ਨੇ ਦਿੱਤਾ ਹੈ ਨਾ, ਨਹੀਂ ਤੇ ਸਾਨੂੰ ਕੀ ਪਤਾ ਲੱਗਣਾ ਸੀ ਵਾਹਿਗੁਰੂ ਕੀ ਹੁੰਦਾ। ਅਸੀਂ ਵੀ ਕੁਛ ਹੋਰਲੇ ਪਾਸੇ ਤੁਰੇ ਫਿਰਦੇ ਹੁੰਦੇ, ਪਰ ਸਾਨੂੰ ਮਧੂਸੂਦਨ ਜੀ ਦਾ ਨਾਮ ਗੁਰੂ ਨੇ ਸੁਣਾਇਆ। ਐਸੇ ਕਰ ਨਮਸਕਾਰ ਗੁਰਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਫਿਰ ਕਹਿਣ ਲੱਗੇ ਕੀ ਕਰੀਏ ਹੁਣ? ਤੀਜੀ ਗੱਲ, ਤਿਸ ਗੁਰੂ ਕੋ ਹਉ ਵਾਰਣੈ। ਮੈਂ ਆਪਣੇ ਗੁਰੂ ਤੋਂ ਵਾਰਨੇ ਜਾਂਦਾ ਹਾਂ। ਵਾਰਨੇ ਦਾ ਮਤਲਬ ਵੀ ਜਿਹਨੂੰ ਅਸੀਂ ਪੜ੍ਹਦੇ ਹਾਂ, ਪੁਰਾਣਾ ਰਿਵਾਜ ਸੀ, ਹੁਣ ਤਾਂ ਹੌਲੀ ਹੌਲੀ ਘਟ ਗਿਆ। ਪਿੰਡਾਂ 'ਚ ਕਿਤੇ ਕਿਤੇ ਜੇ ਵੇਖਣ ਨੂੰ ਮਿਲਦਾ ਹੈ, ਵਿਵਾਹ ਦੇ ਸਮਿਆਂ 'ਤੇ ਇਸ ਬੱਚੇ ਨੂੰ ਬਿਠਾਇਆ ਹੁੰਦਾ ਹੈ ਅਤੇ ਮਾਂ ਬਾਪ ਜਾਂ ਵੱਡੇ ਦੇ ਉਹਨਾਂ ਦੇ ਸਿਰ ਤੋਂ ਕੁਝ ਰੁਪਏ ਵਾਰ ਰਹੇ ਹੁੰਦੇ ਨੇ, ਕੁਝ ਪੈਸੇ ਵਾਰ ਰਹੇ ਹੁੰਦੇ, ਅਤੇ ਚੇਤਾ ਰੱਖਣਾ ਜੋ ਚੀਜ਼ ਵਾਰ ਦਿੱਤੀ ਜਾਂਦੀ ਨਾ, ਉਹ ਫਿਰ ਆਪਣੇ ਕੋਲ ਨਹੀਂ ਰੱਖੀ ਦੀ, ਫਿਰ ਕਿਸੇ ਨੂੰ ਦੇ ਦਿੰਦੇ ਹੋ। ਉਹ ਜੋ ਵਾਰ ਦਿੰਦੇ ਆ, ਆਓ ਕਿਸੇ ਕਮੀ ਲਾਗੀ ਨੂੰ, ਕਿਸੇ ਸੇਵਕ ਨੂੰ, ਕਿਸੇ ਨੌਕਰ ਨੂੰ, ਕਿਸੇ ਦਾਨ, ਆਪਸ ਆਪਣੇ ਕੋਲ ਰੱਖਦੇ। ਇਸ ਕਰਕੇ ਮੈਂ ਆਪਾ ਹੀ ਵਾਰਦੇ ਹਾਂ, ਅਤੇ ਮੈਂ ਆਪਣੇ ਆਪ ਨੂੰ ਆਪਣੇ ਕੋਲ ਮੈਂ ਕੁਰਬਾਨ ਹੀ ਕਰਦੇ ਹਾਂ। ਬਾਹਰ ਨੇ ਅਸੀਂ ਸੁਣਿਆ, ਸਾਡੀ ਸਮਰੱਥਾ ਇਤਨੀ ਨਹੀਂ ਹੈ ਕਿ ਆਪਣੇ ਗੁਰੂ ਤੋਂ ਅਸੀਂ ਵਾਰ ਨਹੀਂ ਜਾ ਸਕੀ। ਪੜ੍ਹਦੇ ਤਾਂ ਰੋਜ਼ ਹੋ ਗਏ, ਵਾਰਿਆ ਨਾ ਜਾਵਾ ਇੱਕ ਵਾਰ, ਫਿਰ ਵੀ ਮੈਂ ਬਲਿਹਾਰੀ ਲੱਖ ਵਾਰੀ। ਵਾਰਨੇ ਬਲਿਹਾਰਨੇ ਲੱਖ ਬਰੀਆ। ਮੈਂ ਲੱਖਾਂ ਵਾਰੀ ਬਲਿਹਾਰ ਜਾਵਾਂ, ਬੇਸ਼ੱਕ ਮੇਰੀ ਤਾਕਤ ਇੱਕ ਵਾਰੀ ਵੀ ਨਹੀਂ, ਪਰ ਫਿਰ ਵੀ ਜਾਵਾਂ। ਪਤਾ ਕਿਉਂ? ਜਿਨ ਹਉਮੈ ਬਿਖ ਸਭ ਰੋਗ ਗਵਾਇਆ। ਮੇਰੇ ਅੰਦਰ ਹਉਮੈ ਅਹੰਕਾਰ ਦਾ ਰੋਗ ਸੀਗਾ, ਜਿਹਦੀ ਵਿਆਖਿਆ ਆਪਾਂ ਕੱਲ੍ਹ ਕਰ ਰਹੇ ਸਾਂ। ਉਹ ਮੇਰੇ ਗੁਰੂ ਨੇ ਹੀ ਕਿਰਪਾ ਕਰਕੇ ਮੇਰੇ ਅੰਦਰੋਂ ਮੁਕਤ ਕਰਤਾ। ਹੁਣ ਮੈਂ ਹਉਮੈ ਤੋਂ ਮੁਕਤ ਹਾਂ। ਯਾਦ ਰੱਖਣਾ, ਇਹ ਗੁਰਸਿੱਖ ਕਹਿ ਸਕਦਾ ਹੈ। ਗੁਰਸਿੱਖ ਹਉਮੈ ਰੋਗ ਤੋਂ ਮੁਕਤ ਹੁੰਦਾ ਹੈ। ਦੁਨੀਆ ਹਉਮੈ ਰੋਗ 'ਚ ਗ੍ਰਸੀ ਹੋਵੇ, ਗੁਰਸਿੱਖ ਹਉਮੈ ਰੋਗ ਤੋਂ ਮੁਕਤ ਹੁੰਦਾ। ਕਹਿਣ ਲੱਗਾ ਮੈਂ ਆਪਣੇ ਗੁਰੂ ਤੋਂ ਬਲਿਹਾਰ ਨੇ, ਮੇਰੇ ਗੁਰੂ ਨੇ ਮੇਰਾ ਹਉਮੈ ਦਾ ਰੋਗ ਮਿਟਾ ਦਿੱਤਾ ਹੈ। ਫਿਰ ਕੀ ਕਰੋਗੇ? ਤਿਸ ਸਤਿਗੁਰ ਕੋ ਵੱਡ ਪੁੰਨ ਹੈ। ਭਾਈ ਮੇਰੇ ਸਤਿਗੁਰੂ ਦਾ ਬੜਾ ਵੱਡਾ ਪੁੰਨ ਹੈ ਸਾਡੇ 'ਤੇ। ਇਹ ਨਹੀਂ ਕਿ ਸਾਡੇ ਪਾਪ ਪੁੰਨ ਵਾਲਾ ਪੁੰਨ ਗੁਰੂ ਦਾ, ਪੁੰਨ ਦਾ ਇੱਥੇ ਭਾਵ ਉਪਕਾਰ ਹੈ। ਉਸ ਸਤਿਗੁਰੂ ਨੇ ਸਾਡੇ 'ਤੇ ਬੜਾ ਵੱਡਾ ਉਪਕਾਰ ਕੀਤਾ ਹੈ। ਕੀ ਵੱਡਾ ਉਪਕਾਰ ਕੀਤਾ ਭਾਈ? ਜਿਨ ਅਵਗੁਣ ਘਟ ਗੁਣੀ ਸਮਝਾਇਆ। ਅਸੀਂ ਅਵਗੁਣਾਂ ਦੀ ਦਲਦਲ ਵਿੱਚ ਫਸੇ ਸਾਂ,
ਮੈਂ ਅਵਗੁਣਾਂ ਦੇ ਜਾਲ ਵਿੱਚ ਉਲਝ ਕੇ ਰਹਿ ਗਿਆ ਸਾਂ। ਉਸ ਨੇ ਅਵਗੁਣਾਂ ਦਾ ਜਾਲ ਕੱਟਤਾ ਤੇ ਗੁਣੀ ਪ੍ਰਮਾਤਮਾ ਦੇ ਬਾਰੇ ਬਖਸ਼ਿਸ਼ ਸਮਝਾਤੀ। ਕਹਿਣ ਲੱਗੇ ਸੋ ਸਤਿਗੁਰ ਤਿਨ ਕਉ ਭੇਟਿਆ। ਉਹ ਸਤਿਗੁਰੂ ਉਹਨਾਂ ਨੂੰ ਮਿਲਦਾ ਜੇ ਜਿਨ ਕੇ ਮੁਖ ਮਸਤਕ ਭਾਗ ਲਿਖ ਪਾਇਆ, ਜਿਨ ਦੇ ਭਾਗ ਧੁਰੋਂ ਲਿਖੇ ਮਿਲਾਪ ਦੇ ਹੁੰਦੇ ਨੇ। ਗੁਰਦੇਵ ਕਿਰਪਾ ਕਰਨ, ਅਸੀਂ ਖੁਸ਼ਕਿਸਮਤ ਹਾਂ, ਸਾਡੇ ਮਿਲ ਭਾਗਾਂ ਵਿੱਚ ਗੁਰੂ ਸੰਗਤ ਲਿਖੀ ਹੈ। ਕਹਿ ਸਕਦੇ ਹਾਂ ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸ਼ੀ ਘਰ ਮੈਂ ਪਾਇਆ। ਸਤ ਸੰਗਤ ਮਿਲੀ, ਗੁਰੂ ਮਿਲੇ, ਪ੍ਰਭੂ ਕੇ ਬਖਸ਼ਿਸ਼ ਪ੍ਰਾਪਤ ਹੋਈ। ਇਤਨੇ ਕੁ ਬਚਨ ਪ੍ਰਵਾਨ ਕਰਨਾ ਔਰ ਰਲ ਕੇ ਸ਼੍ਰੀ ਸਹਿਜ ਪਾਠ ਜੀ ਕੇ ਭੋਗ ਦੇ ਸ਼ਲੋਕਾਂ ਦਾ ਜਾਪ ਆਪਾਂ ਰਲ ਕੇ ਕਰਨਾ। ਸੇਵਕ ਪਰਿਵਾਰਾਂ ਵੱਲੋਂ ਇਹ ਬੇਨਤੀਆਂ ਆਈਆਂ ਨੂੰ ਸਪੇਸ਼ਲ ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।